ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨ ਜਾਓ। ਤੰਦਾ ਸਭ ਜੁਲਾਏ ਕੇ, ਗੁਰਨਾਮ ਦੀ ਆਸਾ ਸੁਆਓ। ਆਸਾ ਸਭੇ ਲਾਇ ਕੇ, ਇੱਕਾ ਆਸਾ ਕਮਾਓ। ਜਿਨੀ ਸਤਿਗੁਰ ਸੇਵਿਆ, ਤਿਨ ਅੱਗੇ ਮਿਲਿਆ ਥਾਓ। ਮੇਰੇ ਮਨ ਕਰਤੇ ਨੋ ਸਲਾਹ, ਸਭੇ ਛੱਡ ਸਿਆਣਪਾ। ਗੁਰ ਕੀ ਪੈਰੀ ਪਾ ਰਹਾਓ। ਦੁਖ ਭੁਗ ਨਹੀਂ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਕਿੱਥੀ ਕੰਮ ਨ ਛੀਜੀਐ, ਜਾਂ ਹਿਰਦੇ ਸੱਚਾ ਸੋਏ। ਜਿਸ ਤੂੰ ਰੱਖੇ ਹੱਥ ਦੇ, ਤਿਸ ਮਾਰ ਨ ਸਕੇ ਕੋਏ। ਸੁਖ ਦਾਤਾ ਗੁਰ ਸੇਵੀਏ, ਸਭ ਅਗਣ ਕੱਢੇ ਧੋਏ। ਸੇਵਾ ਮੰਗੇ ਸੇਵਕੋ, ਲਾਈਆਂ ਆਪਣੀ ਸੇਵ। ਸਾਧੂ ਸੰਗ ਮਸਕ ਤੇ, ਤੁਠੇ ਪਾਵਾਂ ਦੇਵ। ਸਭ ਕੁਝ ਵਸਕਤ ਸਾਹਿਬੇ, ਆਪੇ ਕਰਨ ਕਰੇਵ। ਸਤਿਗੁਰ ਕੇ ਬਲਹਾਰਣੇ, ਮਨਸਾ ਸਭ ਪੁਰੇਵ। ਇੱਕੋ ਦਿਸੇ ਸੱਜਣੋ, ਇੱਕੋ ਪਾਈ ਮੀਤ। ਇਕਸੇ ਦੀ ਸਮਗਰੀ, ਇਕਸੇ ਦੀ ਹੈ ਰੀਤ। ਇਕਸ ਸਿਓ ਮਨ ਮਾਨਿਆ, ਤਾਂ ਹੋਆ ਨੇ ਚਲ ਚੀਤ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਇਕਸ ਸਿਓ ਮਨ ਮਾਨਿਆ, ਤਾਂ ਹੋਆ ਨੇ ਚਲ ਚੀਤ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੈਨੂੰ ਸਾਰੀਆਂ ਦੁਨਿਆਵੀ ਗੱਲਾਂ ਭਾਵੇਂ ਭੁੱਲ ਜਾਣ, ਪਰ ਇੱਕ ਹਰੀ ਦਾ ਨਾਮ ਸਿਮਰਨ ਵਾਲੀ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ। ਕਿਉਂਕਿ ਸਾਰਾ ਦੁਨਿਆਵੀ ਧੰਦਾ ਜੰਜਾਲ ਸਾੜ ਕੇ ਗੁਰੂ ਨੇ ਤੈਨੂੰ ਨਾਮ ਸਿਮਰਨ ਦੀ ਇੱਕ ਸੱਚਾ ਮਨੋਰਥ ਬਖਸ਼ਿਸ਼ ਕਰ ਦਿੱਤਾ ਹੈ, ਜੋ ਕਿ ਮਨੁੱਖੀ ਜੀਵਨ ਦਾ ਸੱਚ ਰੂਪ ਮਨੋਰਥ ਹੈ। ਅਤੇ ਮੈਂ ਦੁਨੀਆ ਦੀਆਂ ਸਾਰੀਆਂ ਆਸ਼ਾਵਾਂ ਖਤਮ ਕਰਕੇ ਇੱਕੋ ਨਾਮ ਸਿਮਰਨ ਦੀ ਆਸ ਕਮਾ ਰਿਹਾ ਹਾਂ। ਅਤੇ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰ ਨੂੰ ਸੇਵਿਆ ਹੈ, ਉਹਨਾਂ ਨੂੰ ਹੀ ਅੱਗੇ ਰੱਬੀ ਦਰਗਾਹ ਪਰਲੋਕ ਵਿੱਚ ਸਥਾਨ ਮਿਲਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੂੰ ਕੇਵਲ ਕਰਤਾ ਪੁਰਖ ਦੀ ਸਲਾਹ ਭਾਵ ਸ੍ਰਿਸ਼ਟੀ ਦੇ ਕਰਨਹਾਰ ਪ੍ਰਭੂ ਦੀ ਉਸਤਤ ਕਰ, ਅਤੇ ਹੋਰ ਸਾਰੀਆਂ ਸਿਆਣਪਾਂ ਚਤੁਰਾਈਆਂ ਨੂੰ ਛੱਡ ਕੇ ਗੁਰੂ ਦੀ ਚਰਨੀ ਪੈ ਜਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਸੁੱਖਾਂ ਦਾ ਦਾਤਾ ਮਨ ਵਿੱਚ ਵਸ ਗਿਆ ਹੋਵੇ, ਫਿਰ ਨਾ ਦੁਨਿਆਵੀ ਦੁੱਖ, ਭੁੱਖ ਅਤੇ ਪੋਹ ਲੱਗਦੀ ਹੈ। ਜੇ ਉਹ ਸੱਚਾ ਪ੍ਰਭੂ ਹਿਰਦੇ ਵਿੱਚ ਵਸਦਾ ਹੋਵੇ, ਤਾਂ ਕਿਸੇ ਕੰਮ ਵਿੱਚ ਨੁਕਸਾਨ ਨਹੀਂ ਹੁੰਦਾ, ਭਾਵ ਗੁਰਮੁਖ ਦਾ ਆਤਮਿਕ ਜੀਵਨ ਦ੍ਰਿੜ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਨੂੰ ਤੂੰ ਹੱਥ ਦੇ ਕੇ ਰੱਖਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਇਸ ਲਈ ਗੁਰਮੁਖ ਨੂੰ ਸੁਖਦਾਇਕ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਫਿਰ ਉਹ ਮਨੁੱਖ ਦੇ ਅੰਦਰੋਂ ਸਭ ਤਰ੍ਹਾਂ ਦੇ ਔਗੁਣਾਂ ਨੂੰ ਧੋ ਕੇ ਕੱਢ ਦਿੰਦਾ ਹੈ। ਫਿਰ
ਗੁਰੂ ਜੀ ਕਹਿੰਦੇ ਹਨ ਕਿ ਮੈਂ ਸੇਵਕ ਪ੍ਰਭੂ ਪਾਸੋਂ ਉਹਨਾਂ ਆਤਮਾਵਾਂ ਦੀ ਸੇਵਾ ਮੰਗਦਾ ਹਾਂ ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿੱਚ ਲਾਇਆ ਹੋਇਆ ਹੈ। ਉਹ ਇਹੋ ਹੀ ਬੇਨਤੀ ਕਰਦਾ ਹਾਂ ਕਿ ਹੇ ਪਰਮੇਸ਼ਰ, ਪ੍ਰਕਾਸ਼ ਰੂਪ ਸਤਿਗੁਰੂ ਜੀ, ਸਾਧੂ ਦਾ ਸੰਗ ਅਤੇ ਸਾਧ ਸੰਗਤ ਦੀ ਸੇਵਾ ਬਖਸ਼ੋ। ਪਰ ਇਹ ਦਾਤ ਸਭ ਕੁਝ ਉਸ ਪਰਮਾਤਮਾ ਦੇ ਵਸ ਵਿੱਚ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਪਰਮਾਤਮਾ ਆਪ ਹੀ ਕਰਨ ਕਾਰਨ ਤੇ ਸਮਰੱਥ ਹੈ ਅਤੇ ਮੈਂ ਸਤਿਗੁਰ ਤੋਂ ਬਲਿਹਾਰ ਹਾਂ, ਜਿਸ ਨੇ ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਸੇਵਕ ਨੂੰ ਇੱਕ ਅਕਾਲ ਪੁਰਖ ਹੀ ਸੱਚਾ ਸੱਜਣ ਦਿਸਦਾ ਹੈ ਅਤੇ ਇੱਕ ਅਕਾਲ ਪੁਰਖ ਇੱਕੋ ਹੀ ਆਪ ਹੀ ਭਾਈ ਅਤੇ ਆਪ ਹੀ ਮਿੱਤਰ ਹੈ ਅਤੇ ਇਹ ਸਭ ਉਸ ਇੱਕੋ ਪਰਮਾਤਮਾ ਦੀ ਸਾਰੀ ਸਮੱਗਰੀ ਜਾਂ ਧਨ ਦੌਲਤ ਹੈ ਅਤੇ ਉਸ ਇੱਕੋ ਦੀ ਹੀ ਵਿਵਸਥਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਉਸ ਇੱਕੋ ਨੂੰ ਮਨ ਵਿੱਚ ਸਥਿਤ ਕਰ ਲਈਦਾ ਹੈ ਤਾਂ ਚਿੱਤ ਪੂਰੀ ਤਰ੍ਹਾਂ ਟਿਕ ਜਾਂਦਾ ਹੈ। ਜਦੋਂ ਉਸ ਇੱਕੋ ਪਰਮਾਤਮਾ ਨੂੰ ਮਨ ਵਿੱਚ ਵਸਾ ਲਈਦਾ ਹੈ ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹੇ ਮਨੁੱਖ ਦਾ ਭੋਜਨ ਖਾਣਾ ਵੀ ਸੱਚ, ਪਹਿਨਣਾ ਪਹਿਰਾਵਾ ਵੀ ਸੱਚ, ਪਰ ਪਹਿਰਾਵਾ ਵੀ ਸੱਚ ਹੈ ਕਿਉਂਕਿ ਉਸਨੇ ਆਪਣੇ ਚਿੱਤ ਵਿੱਚ ਕੇਵਲ ਸੱਚ ਨੂੰ ਹੀ ਜੀਵਨ ਦਾ ਆਸਰਾ ਬਣਾਇਆ ਹੁੰਦਾ ਹੈ। ਭਾਵ ਉਸ ਸੱਚੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਹੈ ਅਤੇ ਸਾਰੀਆਂ ਗੱਲਾਂ ਭੁਲਾ ਕੇ, ਸਾਰੇ ਸੰਸਾਰੀ ਧੰਦੇ ਸਾੜ ਕੇ ਅਤੇ ਆਪਣੇ ਮਨ ਵਿੱਚੋਂ ਸਾਰੀਆਂ ਆਸਾਂ ਕੱਢ ਕੇ ਤੇ ਫਿਰ ਆਪਣੇ ਸਤਿਗੁਰ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਤਾਂ ਤੈਨੂੰ ਆਪਣਾ ਅਸਲ ਜਾਂ ਮੂਵ ਫਿਰ ਲੱਭੇਗਾ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨ ਜਾਓ, ਧੰਦਾ ਸਭ ਜਲਾਏ ਕੇ, ਗੁਰੂ ਨਾਮ ਦੀ ਆਸਾ ਸੁਆਓ, ਆਸਾ ਸਭੇ ਲਾਏ ਕੇ, ਇੱਕਾ ਆਸ ਕਮਾਓ। ਇਸ ਦਾ ਭਾਵ ਇਹ ਨਹੀਂ ਕਿ ਸੱਚਮੁੱਚ ਆਪਣੇ ਧੰਦੇ ਨੂੰ, ਕੰਮ ਕਾਜ ਨੂੰ ਤੁਸੀਂ ਅੱਗ ਲਾ ਦਿਓ ਜਾਂ ਸਭ ਕੁਝ ਭੁੱਲ ਜਾਓ। ਭਾਵ ਇਹ ਹੈ ਕਿ ਗੁਰੂ ਦੀ ਸੇਵਾ ਇੱਕ ਮਨ, ਇੱਕ ਚਿੱਤ ਹੋ ਕੇ ਕਰੋ। ਗੁਰੂ ਦੀ ਸੇਵਾ ਦੇ ਫਲ ਉਹ ਇਸ ਤਰ੍ਹਾਂ ਦੱਸਦੇ ਹਨ। ਦੁੱਖ ਭੁੱਖ ਨਾ ਵਿਆਪਈ, ਜੇ ਸੁਖ ਦਾਤਾ ਮਨ ਹੋਏ, ਕਿੱਥੀ ਕੰਮ ਨਾ ਛਿਜੀਏ, ਜਾਂ ਹਿਰਦੇ ਸੱਚਾ ਸੋਏ। ਜਦੋਂ ਗੁਰੂ ਜੋ ਸੁੱਖਾਂ ਦਾ ਦਾਤਾ ਹੈ ਆਪਣੇ ਘਰ ਵਿੱਚ ਆ ਜਾਵੇ ਤਾਂ ਸਾਰੇ ਪਦਾਰਥ ਨਾਲ ਆ ਜਾਂਦੇ ਹਨ, ਯਾਨੀ ਮਨ ਤ੍ਰਿਪਤ ਹੋ ਜਾਂਦਾ ਹੈ। ਇਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਪਦਾਰਥ ਮਿਲਿਆ ਹੈ ਤਾਂ ਠੀਕ, ਨਹੀਂ ਮਿਲਿਆ ਤਾਂ ਵੀ ਉਸ ਪਰਮਾਤਮਾ ਦੀ ਰਜਾ ਹੈ। ਉਹ ਸਾਹਿਬ ਦੇ ਵਸ ਸਭ ਕੁਝ ਹੈ। ਉਹ ਆਪ ਹੀ ਕਰਨ ਕਾਰਨ ਹੈ, ਭਾਵ ਮਨੁੱਖ ਦੇ ਵਸ ਵਿੱਚ ਕੁਝ ਨਹੀਂ। ਸੋ ਉਸ ਗੁਰੂ ਤੋਂ ਬਿਲਹਾਰ ਜਾਈਏ ਜੋ ਸਭ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ। ਸਤਿਗੁਰ ਕੇ ਬਲਿਹਾਰਣੇ, ਮਨਸਾ ਸਭ ਪੁਰੇਵ। ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖ ਮਨੁੱਖ ਨੂੰ ਨਾਮ ਸਿਮਰਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਗੁਰੂ ਸ਼ਬਦ ਸੇਵਾ ਦੁਆਰਾ ਪ੍ਰਭੂ ਪ੍ਰਾਪਤੀ ਦੀ ਇੱਕੋ ਓਟ ਅਤੇ ਇੱਕੋ ਆਸਰਾ ਲੈਣਾ ਚਾਹੀਦਾ ਹੈ।
ਉਸ ਸਤ ਸਰੂਪ ਪਰਮਾਤਮਾ ਦੇ ਹਿਰਦੇ ਵਿੱਚ ਵਸ ਜਾਣ ਨਾਲ ਹੀ ਫਿਰ ਕੋਈ ਤੱਤੀ ਵਾਓ ਨਹੀਂ ਲੱਗ ਸਕਦੀ। ਗੁਰੂ ਦੇ ਸ਼ਬਦ ਅਤੇ ਗਿਆਨ ਸਤ ਸੰਗਤ ਵਿੱਚ ਜਾਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਸੰਭਵ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਜੀ ਆਸ਼ਾਵਾਨ ਦਿਵਾਉਂਦੇ ਹਨ ਕਿ ਉਹ ਇੱਕ ਹੀ ਸਾਡਾ ਅਸਲ ਸੱਜਣ ਹੈ ਅਤੇ ਮੀਤ ਹੈ। ਸਭ ਸਮੱਗਰੀ ਦਾ ਮਾਲਕ ਉਹ ਆਪ ਹੀ ਹੈ। ਇਹ ਇੱਕ ਹੀ ਸਾਡਾ ਖਾਣਾ ਪਹਿਨਣਾ ਅਤੇ ਟੇਕ ਹਨ। ਸੱਚ ਖਾਣਾ, ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਅੱਜ ਦਾ ਵਿਚਾਰ ਕਰਦਿਆਂ ਹੋਇਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।